ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰਿਓ, ਆਓ ਸਾਰੇ ਸੰਗਤ ਰੂਪ ਦੇ ਵੀ ਜੁੜ ਕੇ ਆਪਾਂ ਬਾਣੀ ਦੀ ਵਿਚਾਰ ਕਰੀਏ। ਥੋੜਾ ਆਪਾਂ ਲੇਟ ਹੋ ਗਏ ਕਿਉਂਕਿ ਪੇਜ ਦੇ ਵਿੱਚ ਕੋਈ ਪ੍ਰੋਬਲਮ ਸੀ, ਆਵਾਜ਼ ਨਹੀਂ ਸੀ ਆ ਰਹੀ। ਸੋ ਆਓ ਹੁਣ ਆਪਾਂ ਥੋੜਾ ਸਮਾਂ ਵਿਚਾਰ ਕਰਦੇ ਹਾਂ ਤੇ ਫਿਰ ਅਭਿਆਸ ਕਰਾਂਗੇ। ਆਪਾਂ ਵਿਚਾਰ ਰਹੇ ਸੀ ਬਾਣੀ ਗੌੜੀ ਸੁਖਮਨੀ। ਪੰਚਮ ਪਾਤਸ਼ਾਹ ਜੀ ਦੀ ਬਾਣੀ 8 ਸਲੋਕ ਤੇ 8 ਅਸ਼ਟਪਦੀਆਂ ਆਪਾਂ ਵਿਚਾਰ ਲਈਆਂ ਸੀ। ਆਓ ਅੱਜ 9ਵਾਂ ਸਲੋਕ ਆਪਾਂ ਆਰੰਭ ਕਰਦੇ ਹਾਂ ਤੇ ਅਸ਼ਟਪਦੀ ਦੀ ਵਿਚਾਰ ਕਰਦੇ ਹਾਂ। ਸਲੋਕ ਦੇ ਵਿੱਚ ਸਮਝਾਉਂਦੇ ਨੇ, ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਹਿਰਦੇ ਦੇ ਵਿੱਚ ਜਿਨ੍ਹਾਂ ਨੇ ਨਾਮ ਨੂੰ ਵਸਾ ਲਿਆ, ਜਿਨ੍ਹਾਂ ਨੇ ਗੁਰ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲਿਆ, ਧਾਰਨ ਕਰ ਲਿਆ, ਉਹ ਫਿਰ ਸਾਰੇ ਹਰ ਥਾਂ ਤੇ ਪਰਮੇਸ਼ਰ ਨੂੰ ਦੇਖਦੇ ਨੇ। ਹਰ ਥਾਂ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ, ਸਰਬ ਦੇ ਵਿੱਚ। ਜਿੱਥੇ ਭਗਤ ਵਿਚਰੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਅਵਸਥਾ ਆ ਜਾਂਦੀ, ਪਰ ਉਹਨਾਂ ਦੀ ਜਿਹੜੇ ਗੁਰ ਦੇ ਗਿਆਨ ਨੂੰ, ਗੁਰ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ, ਧਾਰਨ ਕਰ ਲੈਂਦੇ ਨੇ। ਨਿਮਖ ਨਿਮਖ ਠਾਕੁਰ ਨਮਸਕਾਰੈ। ਠਾਕੁਰ ਪਰਮੇਸ਼ਰ ਪ੍ਰਗਟ ਹੈ, ਦੇਖਦੇ ਨੇ ਤੇ ਨਾਲ ਨਾਲ ਉਸ ਨੂੰ ਨਮਸਕਾਰ ਕਰਦੇ ਨੇ ਹਰ ਪਲ, ਕਿਉਂਕਿ ਸਾਹਮਣੇ ਹੈ। ਸਾਡਾ ਮਨ ਉਸ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਐਸੀ ਅਵਸਥਾ ਹੋ ਜਾਂਦੀ ਹੈ ਜਿਹੜੀ ਉਸਨੂੰ ਕਹਿੰਦੇ ਅਪਰਸ। ਅਪਰਸ ਹੈ ਕਿ ਮਾਇਆ ਤੋਂ ਰਹਿਤ ਹੋ ਕੇ ਪਰਮੇਸ਼ਰ ਦੇ ਦਰਸ਼ਨ ਕਰਦਾ ਹੈ। ਇੱਕ ਮਨ ਹੈ ਜਿਹੜਾ ਮਾਇਆ ਨੂੰ ਪਰਸਦਾ ਹੈ ਤੇ ਇੱਕ ਹੈ ਜਿਹੜਾ ਪਰਮੇਸ਼ਰ ਦੇ ਦਰਸ਼ਨ ਕਰਦਾ, ਪਰਮੇਸ਼ਰ ਨੂੰ ਪਰਸਦਾ ਹੈ। ਉਹ ਫਿਰ ਜਿਹੜਾ ਪਰਮੇਸ਼ਰ ਨੂੰ ਪਰਸਦਾ ਹੈ ਤੇ ਮਾਇਆ ਨੂੰ ਛੱਡ ਦਿੰਦਾ ਹੈ, ਮਾਇਆ ਤੋਂ ਅਪਰਸ ਹੋ ਜਾਂਦਾ ਹੈ। ਐਸਾ ਜੀ ਫਿਰ ਸਾਰੇ ਸੰਸਾਰ ਨੂੰ ਤਾਰ ਸਕਦਾ ਹੈ। ਨਾਨਕੋ ਅਪਰਸ ਸਗਲ ਨਿਸਤਾਰੈ। ਆਓ ਹੁਣ ਆਪਾਂ ਅਸ਼ਟਪਦੀ ਨੂੰ ਵਿਚਾਰਦੇ ਹਾਂ। ਮਿਥਿਆ ਨਾਹੀ ਰਸਨਾ ਪਰਸ। ਰਸਨਾ ਝੂਠ ਨੂੰ ਨਹੀਂ ਪਰਸਦੀ। ਪਰਸ ਹੁੰਦਾ ਹੈ ਕਿਸੇ ਚੀਜ਼ ਨੂੰ ਪਕੜਨਾ, ਕਿਸੇ ਚੀਜ਼ ਨੂੰ ਛੂਹਣਾ। ਅਪਰਸ ਹੁੰਦਾ ਹੈ ਕਿ ਉਸ ਤੋਂ ਦੂਰ ਰਹਿਣਾ, ਉਸ ਚੀਜ਼ ਨੂੰ ਨਹੀਂ ਛੂਹਣਾ। ਉਹ ਰਸਨਾ ਫਿਰ ਝੂਠ ਤੋਂ ਦੂਰ ਰਹਿੰਦੀ ਹੈ, ਪਰਸਦੀ ਨਹੀਂ, ਅਪਰਸ ਹੋ ਜਾਂਦੀ ਹੈ। ਮਨ ਮੈਂ ਪ੍ਰੀਤ ਨਿਰੰਜਨ ਦਰਸ। ਤੇ ਮਾਇਆ ਨੂੰ ਛੱਡ ਕੇ ਮਨ ਦੇ ਵਿੱਚ ਪ੍ਰੀਤ ਕਿਹੜੀ ਪੈਦਾ ਹੋ ਜਾਂਦੀ ਹੈ? ਨਿਰੰਜਨ ਦੇ ਦਰਸ਼ਨਾਂ ਦੀ, ਨਿਰੰਕਾਰ ਦੇ ਦਰਸ਼ਨਾਂ ਦੀ, ਪ੍ਰਕਾਸ਼ ਦੇ ਦਰਸ਼ਨਾਂ ਦੀ
ਪ੍ਰੀਤ ਪੈਦਾ ਹੋ ਜਾਂਦੀ ਤੇ ਉਸਦੇ ਦਰਸ਼ਨ ਕਰਦਾ ਹੈ ਜੀ। ਪਰ ਫਿਰ ਜਿਹੜੀ ਰਸਨਾ ਹੈ ਇਹ ਝੂਠ ਨੂੰ ਨਹੀਂ ਪਰਸਦੀ, ਝੂਠ ਦੀ ਸਿਫਤ ਸਲਾਹ ਨਹੀਂ ਕਰਦੀ, ਝੂਠ ਦੇ ਗੁਣ ਨਹੀਂ ਗਾਉਂਦੀ, ਸੱਚ ਦੀ ਗੱਲ ਕਰਦੀ ਹੈ। ਕਿਉਂਕਿ ਦੇਖਦੀ ਵੀ ਸੱਚ ਹੈ, ਹਿਰਦੇ 'ਚ ਸੱਚ ਵਸਾਇਆ ਹੈ, ਤੇ ਰਸਨਾ ਵੀ ਫਿਰ ਸੱਚ ਦੀ ਹੀ ਗੱਲ ਕਰਦੀ ਹੈ। ਪਰ ਤਿਰਿਆ ਰੂਪ ਨਾ ਪੇਖੈ ਨੇਤਰ, ਨੇਤਰ ਨੇ ਪ੍ਰਤਿਰਿਆ ਰੂਪ ਨਹੀਂ ਦੇਖਦੇ। ਕਿਸ ਨੂੰ ਦੇਖਦੇ ਨੇ? ਪਰਮੇਸ਼ਰ ਦੇ ਵਿੱਚ ਨੂੰ ਦੇਖਦੇ ਸਭ ਨੂੰ। ਫਿਰ ਉਹ ਸਾਰਿਆਂ 'ਚ ਹੀ ਜੋਤ ਦੇਖਦੇ ਨੇ, ਕਿਉਂਕਿ ਸਾਰਿਆਂ 'ਚ ਜੋਤ ਹੈ। ਸਾਧ ਕੀ ਟਹਿਲ ਸੰਤ ਸੰਗ ਹੇਤ, ਸੰਤਾਂ ਦੇ ਨਾਲ ਪਿਆਰ ਕਰਦੇ ਨੇ। ਤੇ ਸਾਧ ਦੀ ਟਹਿਲ ਕੀ ਹੈ? ਕਿ ਉਹ ਸਰੀਰ ਸਾਧੂ ਨਹੀਂ, ਜੋ ਮਾਲਕ ਨੇ ਸਾਧੂ ਜਨਾਂ ਦੀ ਰਸਨਾ ਤੋਂ ਇਹ ਗੁਰ ਦਾ ਗਿਆਨ ਦਿੱਤਾ ਹੈ, ਬਚਨ ਦਿੱਤਾ ਹੈ, ਉਸ ਬਚਨ ਨੂੰ ਕਮਾਉਣਾ ਹੀ ਸਾਧ ਦੀ ਟਹਿਲ ਹੈ। ਕਿਉਂਕਿ ਸਾਧ ਕੋਈ ਸਰੀਰ ਨਹੀਂ ਹੈ। ਇਸ ਕਰਕੇ ਉਹ ਸੇਵਾ ਸਾਧੂ ਦੀ ਕੀ ਹੈ? ਕਿ ਉਸਦੇ ਵਚਨਾਂ ਨੂੰ ਕਮਾਉਣਾ, ਉਸ ਦੀ ਵਿਚਾਰ ਨੂੰ ਸਰਵਣ ਕਰਨਾ। ਕਿਉਂਕਿ ਪ੍ਰਭੂ ਉਸ ਦੀ ਰਸਨਾ ਤੋਂ ਬੋਲਦਾ ਹੈ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਕਰਨ ਸਰਵਨ ਨਿੰਦਾ ਨਹੀਂ ਸੁਣਦੇ ਕਿਸੇ ਦੀ। ਕਿਉਂਕਿ ਸਾਧੂ ਜਨਾਂ ਦੇ ਬਚਨਾਂ ਨੂੰ ਸੁਣਦੇ ਨੇ, ਇੱਛਾ ਰਹਿੰਦੀ ਹੈ ਸੁਣਨ ਦੀ, ਜਿੱਥੇ ਸਿਰਫ ਸੱਚ ਦੀ ਹੀ ਗੱਲ ਹੁੰਦੀ ਹੈ, ਸੱਚ ਦੀ ਹੀ ਸਿਫਤ ਸਲਾਹ ਹੁੰਦੀ ਹੈ। ਇਸ ਕਰਕੇ ਫਿਰ ਝੂਠ ਨਹੀਂ ਸੁਣਦੇ, ਨਿੰਦਾ ਨਹੀਂ ਸੁਣਦੇ। ਸਭ ਤੇ ਜਾਨਾ ਆਪਸ ਕੋ ਮੰਦਾ, ਤੇ ਆਪਣੇ ਆਪ ਨੂੰ ਸਭ ਤੋਂ ਮੰਦਾ। ਜਿਵੇਂ ਭਗਤਾਂ ਨੇ ਕਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਬਾਬਾ ਕਬੀਰ ਜੀ ਸਮਝਾ ਰਹੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਵੀ ਆਪਣੇ ਆਪ ਨੂੰ ਹੀ ਸਭ ਤੋਂ ਮੰਦਾ, ਸਭ ਚੰਗੇ। ਕਿਉਂਕਿ ਜਿਹੜਾ ਆਪਣੇ ਆਪ ਨੂੰ ਭਲਾ ਕਹਾਉਂਦਾ ਉਹਦੇ ਭਲਾਈ ਨਿਕਟ ਨਹੀਂ ਹੈ। ਜਿਹੜਾ ਆਪਣੇ ਆਪ ਨੂੰ ਨੀਚ ਸਮਝਦਾ ਹੈ ਉਹ ਸਭ ਤੇ ਉੱਚਾ ਹੈ। ਆਪਸ ਕੋ ਜੇ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਐ ਸਭ ਤੇ ਉੱਚਾ। ਏਦਾਂ ਸਮਝਾਉਂਦੇ ਨੇ ਕਿ ਆਪਣੇ ਆਪ ਨੂੰ ਹੀ ਸਭ ਤੋਂ ਮੰਦਾ ਜਾਣੇ। ਗੁਰ ਪ੍ਰਸਾਦ ਵਿਖਿਆ ਪ੍ਰਹਰੈ, ਗੁਰ ਦਾ ਗਿਆਨ ਲੈ ਕੇ ਗੁਰ ਦੀ ਕਿਰਪਾ ਦੇ ਨਾਲ ਤ੍ਰੈ ਗੁਣ ਵਿਖਿਆ ਨੂੰ ਛੱਡ ਦਿੰਦਾ ਹੈ, ਛੱਡ ਦੇਵੇ, ਤਿਆਗ ਦੇਵੇ। ਐਸੀ ਅਵਸਥਾ ਆ ਜਾਵੇ, ਮਨ ਕੀ ਵਾਸ਼ਨਾ ਮਨ ਤੇ ਟਰੈ। ਜਿਹੜੀ ਮਨ ਦੀ ਵਾਸ਼ਨਾ ਪਹਿਲਾ ਵਾਸ਼ਨਾਵਾਂ ਸੀ ਉਹ ਮਨ ਤੋਂ ਦੂਰ ਹੋ ਗਈਆਂ। ਫਿਰ ਮਨ ਦੀ ਵਾਸ਼ਨਾ ਕਿਹੜੀ ਰਹਿ ਗਈ? ਜੋ ਆਪਾਂ ਉੱਤੇ ਵਿਚਾਰ ਕੇ ਆਏ ਹਾਂ। ਨੇਤਰਾਂ ਨੂੰ ਪ੍ਰੀਤ ਹੋਵੇ ਦਰਸ਼ਨਾਂ ਦੀ, ਕੰਨਾਂ ਨੂੰ ਹੋਵੇ ਸੁਣਨ ਦੀ, ਪ੍ਰਭੂ ਦੀ ਸਿਫਤ ਸਲਾਹ ਦੀ ਰਸਨਾ, ਉਹ ਸੱਚ ਦੀ ਗੱਲ ਕਰੇ, ਝੂਠ ਨੂੰ ਨਾ ਪਰਸੇ। ਏਦਾਂ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਪਹਿਲੀਆਂ, ਤੇ ਨਵੀਆਂ ਪੈਦਾ ਹੋ ਜਾਂਦੀਆਂ ਨੇ। ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦੇ ਗੁਣ ਗਾਉਣੇ। ਇਸ ਕਰਕੇ ਸਮਝਾਉਂਦੇ ਨੇ, ਇੰਦਰੀ ਜਿਤ ਪੰਜ ਦੋਖ ਤੇ ਰਹਿਤ। ਪੰਜ ਦੋਖਾਂ ਤੋਂ, ਕਾਮ ਕ੍ਰੋਧ ਮੋਹ ਹੰਕਾਰ ਤੋਂ ਰਹਿਤ ਹੋ ਜਾਵੇ ਜਿਹੜਾ ਮਨ। ਨਾਨਕ ਕੋਟ ਮਦੇ ਕੋ ਐਸਾ ਅਪਰਸ। ਕਰੋੜਾਂ ਦੇ ਵਿੱਚ ਕੋਈ ਐਸਾ ਜੀਵ ਹੈ, ਹੋ ਸਕਦਾ ਹੈ ਅਪਰਸ, ਜਿਹੜਾ ਪਰਮੇਸ਼ਰ ਨੂੰ ਪਰਸਦਾ ਹੈ, ਉਸ ਦੇ ਦਰਸ਼ਨ ਕਰਦਾ ਹੈ। ਐਸਾ ਪਰਸ ਜਿਹੜਾ ਹੋ ਸਕਦਾ ਹੈ, ਜਿਹੜਾ ਫਿਰ ਜਿਹੜਾ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ। ਹੁਣ ਇੱਥੇ ਆਪਾਂ ਨੂੰ ਬਹੁਤ ਸਾਰੀਆਂ ਅਵਸਥਾਵਾਂ ਬਿਆਨ ਕੀਤੀਆਂ ਨੇ ਇਸ ਅਸ਼ਟਪਦੀ ਦੇ ਵਿੱਚ। ਹੁਣ ਆਪਾਂ ਅਪਰਸ ਦੀ ਵਿਚਾਰ ਕੀਤੀ ਕਿ ਅਪਰਸ ਕਿਹੋ ਜਿਹਾ ਹੁੰਦਾ ਹੈ।
ਜਿਹੜਾ ਝੂਠ ਨੂੰ ਨਹੀਂ ਪਰਸਦੀ ਰਸਨਾ, ਮਨ ਦੇ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ, ਨਿਰੰਕਾਰ ਦੇ ਦਰਸ਼ਨਾਂ ਦੀ ਪ੍ਰੀਤ ਹੁੰਦੀ ਹੈ। ਨੇਤਰ ਪਰਾਇਆ ਰੂਪ ਨਹੀਂ ਦੇਖਦੇ, ਸਾਧੂ ਜਨਾਂ ਦਾ ਟਹਿਲ ਕਰਦੇ ਨੇ, ਬਚਨਾਂ ਨੂੰ ਕਮਾਉਂਦੇ ਨੇ, ਸੰਤਾਂ ਦੇ ਨਾਲ ਪਿਆਰ ਕਰਦੇ ਨੇ, ਕਾਰਨ ਕਿਸੇ ਦੀ ਨਿੰਦਾ ਨਹੀਂ ਸੁਣਦੇ ਤੇ ਆਪਣੇ ਆਪ ਨੂੰ ਹੀ ਸਭ ਤੋਂ ਮੰਦਾ ਸਮਝਦੇ ਨੇ। ਗੁਰ ਦੇ ਗਿਆਨ ਨੂੰ ਮਨ ਵਿੱਚ ਵਸਾ ਕੇ ਤ੍ਰੈ ਗੁਣ ਵਿਖ ਨੂੰ ਛੱਡ ਦਿੰਦੇ ਨੇ, ਪ੍ਰਭਾਵ ਤੋਂ ਰਹਿਤ ਹੋ ਜਾਂਦੇ ਨੇ। ਮਨ ਦੀ ਵਾਸ਼ਨਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਇੰਦਰੀ ਮਨ ਜਿਹੜਾ ਹੈ ਪੰਜਾਂ ਦੋਖਾਂ ਤੋਂ ਰਹਿਤ ਹੋ ਜਾਂਦਾ ਹੈ। ਨਾਨਕ ਕੋਟ ਮਦੇ ਕੋ ਐਸਾ, ਪਰ ਐਸੀ ਅਵਸਥਾ ਕਰੋੜਾਂ ਦੇ ਵਿੱਚ ਕਿਸੇ ਇੱਕ ਅੱਧੇ ਜੀਵ ਦੀ ਹੁੰਦੀ ਹੈ, ਕਰੋੜਾਂ ਚੋਂ ਕੋਈ ਹੁੰਦਾ ਹੈ। ਹੁਣ ਅੱਗੇ ਹੈ ਵੈਸ਼ਨੂ। ਵੈਸ਼ਨੂ ਸੋ ਜਿਸ ਉੱਪਰ ਸੋ ਪ੍ਰਸੰਨ, ਜਿਸ ਤੇ ਪ੍ਰਭੂ ਖੁਸ਼ ਹੋ ਜਾਂਦਾ ਹੈ ਉਹ ਵੈਸ਼ਨੂ ਹੈ। ਕਿਉਂਕਿ ਵੈਸ਼ਨੂ ਸੰਸਾਰ ਦੇ ਵਿੱਚ ਵੀ ਨੇ, ਜਿਨ੍ਹਾਂ ਨੂੰ ਆਪਾਂ ਦੇਖਦੇ ਹਾਂ। ਕੋਈ ਕਹਿੰਦਾ ਮੈਂ ਵੈਸ਼ਨੂ ਹਾਂ, ਮੈਂ ਸ਼ਰਾਬ ਨਹੀਂ ਪੀਂਦਾ, ਮੈਂ ਮੀਟ ਨਹੀਂ ਖਾਂਦਾ। ਕੋਈ ਆਪਣੇ ਆਪਣੇ ਤਰੀਕੇ ਨਾਲ ਬੜੇ ਵੈਸ਼ਨੂ ਨੇ। ਪਰ ਗੁਰਬਾਣੀ ਅਨੁਸਾਰ ਵੈਸ਼ਨੂ ਜਿਹੜਾ ਹੈ ਉਹ ਆਪਾਂ ਵਿਚਾਰ ਕਰ ਰਹੇ ਹਾਂ। ਜਿਵੇਂ ਆਪਾਂ ਸੰਸਾਰ 'ਚ ਤੁਸੀਂ ਦੇਖੋਗੇ ਬਹੁਤ ਸਾਰੇ ਜੀਵ ਨੇ ਕਿ ਮਾਇਆ ਨੂੰ ਹੱਥ ਨਹੀਂ ਲਾਉਂਦੇ। ਬਹੁਤ ਸਾਰੇ ਸਾਧ ਸੰਤ ਤੁਸੀਂ ਦੇਖੋਗੇ ਕਿ ਜੇ ਉਹ ਮਾਇਆ ਦੇ ਫੜਦੇ ਨੇ, ਕਈ ਤਾਂ ਕੱਪੜੇ ਦੇ ਨਾਲ ਫੜਦੇ ਨੇ, ਹੱਥ 'ਚ ਕੱਪੜਾ ਲੈ ਲੈਂਦੇ, ਕੱਪੜੇ ਦੁਆਰਾ ਮਾਇਆ ਨੂੰ ਫੜਦੇ ਨੇ ਕਿ ਛੂਹਣੀ ਨਹੀਂ। ਪਰ ਮਨ ਉਹਨਾਂ ਦਾ ਲੋਚਦਾ ਹੈ ਮਾਇਆ ਨੂੰ। ਇਸ ਕਰਕੇ ਸਰੀਰ ਕਰਕੇ ਉਹ ਦਿਖਾਵਾ ਕਰਦੇ ਕਿ ਅਸੀਂ ਅਪਰਸਾ ਮਾਇਆ ਨੂੰ ਨਹੀਂ ਛੂਹਦੇ, ਪਰ ਮਨ ਵਾਰ ਵਾਰ ਮਾਇਆ ਨੂੰ ਲੋਚਦਾ ਹੈ। ਇਸ ਕਰਕੇ ਗੁਰੂ ਸਾਹਿਬਾਂ ਨੇ ਆਪਾਂ ਨੂੰ ਇਹ ਪਹਿਚਾਣ ਕਰਾਈ ਹੈ ਵੀ ਕੋਈ ਹੁੰਦਾ ਜਿਹੜਾ ਅਪਰਸ ਇਹੋ ਜਿਹਾ ਹੁੰਦਾ ਜਿਹੜਾ ਆਪਾਂ ਵਿਚਾਰ ਕੇ ਆਏ ਹਾਂ, ਨਾ ਕਿ ਸਰੀਰਕ ਤੌਰ 'ਤੇ। ਕਿਉਂਕਿ ਸਰੀਰਕ ਤੌਰ 'ਤੇ ਮਾਇਆ ਸਭ ਨੂੰ ਲੋੜਦੀ ਹੈ, ਲੋੜ ਰਹਿੰਦੀ ਹੈ। ਇਸ ਕਰਕੇ ਕਿਰਤ ਕਰਨ ਵਾਸਤੇ ਆਪਾਂ ਨੂੰ ਕਰਮ ਇੰਦਰੀਆਂ ਦਿੱਤੀਆਂ ਨੇ, ਜਿਨ੍ਹਾਂ ਦੁਆਰਾ ਆਪਾਂ ਕਰਮ ਕਰਕੇ ਆਪਣੀਆਂ ਲੋੜਾਂ ਵਾਸਤੇ ਮਾਇਆ ਕਮਾ ਸਕਦੇ ਹਾਂ। ਇਹਦਾ ਵੈਸ਼ਨੂ ਹੈ ਜਿਸ ਦੇ ਉੱਪਰ ਪ੍ਰਭੂ ਖੁਸ਼ ਹੋ ਜਾਂਦਾ, ਉਸ ਨੂੰ ਵੈਸ਼ਨੂ ਬਣਾ ਦਿੰਦਾ ਹੈ। ਬਿਸਨ ਕੀ ਮਾਇਆ ਤੇ ਹੋਏ ਭਿੰਨ। ਇਹ ਜਿਹੜੀ ਮਾਇਆ ਹੈ ਪ੍ਰਭੂ ਨੇ ਪੈਦਾ ਕੀਤੀ, ਇੱਕ ਆਪ ਹੈ, ਇੱਕ ਉਸ ਦੀ ਮਾਇਆ। ਉਸ ਤੋਂ ਆਪ, ਉਸ ਤੋਂ ਮਨ ਵੱਖ ਹੁੰਦਾ ਹੈ, ਕਿਉਂਕਿ ਨਿਰੰਕਾਰ ਨਾਲ ਜੁੜਦਾ ਹੈ। ਕਰਮ ਕਰਤ ਹੋਵੇ ਨਹਿ ਕਰਮ, ਕਰਮ ਕਰਦਾ ਹੈ ਤਨ ਦੁਆਰਾ, ਮਨ ਨੇ ਕਰਮ ਰਹਿੰਦਾ ਹੈ। ਤਿਸ ਵੈਸ਼ਨੂ ਕਾ ਨਿਰਮਲ ਧਰਮ, ਉਹ ਵੈਸ਼ਨੂ ਦਾ ਫਿਰ ਜਿਹੜਾ ਧਰਮ ਹੈ ਉਹ ਨਿਰਮਲ ਹੈ, ਕਿਉਂਕਿ ਦਿਖਾਵੇ ਦੇ ਕਾਰਜ ਨਹੀਂ ਕਰਦਾ। ਧਰਮ ਕਿਹੜਾ ਕਰਦਾ ਹੈ? ਕੋਈ ਤਨ ਦੁਆਰਾ ਕਰਮ ਕਰਦਾ, ਮਨ ਨੇ ਕਰਮ ਰਹਿੰਦਾ ਹੈ, ਮਾਇਆ ਤੋਂ ਭਿੰਨ ਰਹਿੰਦਾ ਹੈ ਤੇ ਉਸ ਤੇ ਪ੍ਰਭੂ ਖੁਸ਼ ਹੈ, ਜਿਸ ਦੇ ਉੱਤੇ ਉਸ ਇਹ ਅਵਸਥਾ ਬਣਦੀ ਹੈ। ਤੇ ਉਸ ਦੇ ਧਰਮ ਨਿਰਮਲ ਨੇ, ਕਿਉਂਕਿ ਨਾਮ ਨੂੰ ਧਿਆਉਣਾ ਉਸ ਦਾ ਧਰਮ ਹੋ ਜਾਂਦਾ ਹੈ, ਦਿਖਾਵੇ ਦੇ ਕਰਮ ਨਹੀਂ ਕਰਦਾ। ਕਾਹੂ ਫਲ ਕੀ ਇੱਛਾ ਨਹੀਂ ਬਾਸ਼ਾ, ਕਿਸੇ ਵੀ ਤਰ੍ਹਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ ਮਨ ਦੇ ਵਿੱਚ। ਕੇਵਲ ਭਗਤ ਕੀਰਤਨ ਸੰਗ ਰਚੈ, ਕੇਵਲ ਪ੍ਰਭੂ ਦੀ ਭਗਤੀ, ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦੇ ਗੁਣ ਗਾਉਣੇ, ਨਿਸ਼ਕਾਮ ਨਿਸ਼ਫਲ, ਕੋਈ ਬਿਨਾਂ ਆਸਾ ਤੋਂ, ਤੇ ਉਹਦੇ ਵਿੱਚ ਤ੍ਰਿਪਤ ਰਹਿੰਦਾ ਹੈ, ਰਚਦਾ ਹੈ। ਮਨ ਤਨ ਅੰਤਰ ਸਿਮਰਨ ਗੋਪਾਲ, ਮਨ ਵਿੱਚ ਵੀ ਤੇ ਤਨ ਦੁਆਰਾ ਵੀ ਉਸ ਪ੍ਰਭੂ ਦੇ ਅੰਤਰਗਤ ਪ੍ਰਭੂ ਦਾ ਸਿਮਰਨ ਕਰਦਾ ਹੈ, ਗੋਪਾਲ ਦਾ ਸਿਮਰਨ ਕਰਦਾ ਹੈ। ਸਭ ਉੱਪਰ ਹੋਵਤ ਕਿਰਪਾਲ, ਆਪ ਵੀ ਕਰਦਾ ਹੈ, ਦੂਜਿਆਂ ਨੂੰ ਵੀ ਉਹ ਗਿਆਨ ਦਿੰਦਾ ਹੈ। ਕੋਈ ਵੀ ਆਵੇ ਹਰ ਇੱਕ ਨੂੰ ਇਹ ਗਿਆਨ ਦਿੰਦਾ ਹੈ, ਸਭ ਨੂੰ ਦੱਸਦਾ ਹੈ ਕਿ ਇੱਦਾਂ ਆਪਾਂ ਪ੍ਰਭੂ ਦਾ ਸਿਮਰਨ ਕਰਨਾ ਹੈ। ਆਪ ਦ੍ਰਿੜਾ ਅਵਰਾ ਨਾਮ ਜਪਾਵੇ,
ਆਪ ਦ੍ਰਿੜ ਕਰਦਾ ਹੈ ਨਾਮ ਨੂੰ, ਤੇ ਦੂਜਿਆਂ ਨੂੰ ਵੀ ਨਾਮ ਦਾ ਭੇਦ ਦਿੰਦਾ ਹੈ। ਦੂਜਿਆਂ ਨੂੰ ਵੀ ਗਿਆਨ ਦਿੰਦਾ ਹੈ ਕਿ ਨਾਮ ਨੂੰ ਕਿਵੇਂ ਧਿਆਉਣਾ ਹੈ। ਨਾਨਕ ਉਹ ਵੈਸ਼ਨੂੰ ਪਰਮਗਤ ਪਾਵੇ। ਐਸਾ ਕੋਈ ਵੈਸ਼ਨੂੰ ਹੋਵੇ ਜਿਹੜਾ ਇਸ ਤਰੀਕੇ ਨਾਲ ਵਿਚਰਦਾ, ਪਰ ਤਾਂ ਹੀ ਵਿਚਰ ਸਕਦਾ ਜੇ ਪ੍ਰਭੂ ਉਸ 'ਤੇ ਖੁਸ਼ ਹੁੰਦਾ ਹੈ। ਉਹ ਫਿਰ ਪਰਮਗਤ ਨੂੰ ਪ੍ਰਾਪਤ ਕਰਦਾ ਹੈ, ਆਪ ਵੀ ਪਰਮਗਤ ਪ੍ਰਾਪਤ ਕਰ ਲੈਂਦਾ ਹੈ, ਹੋਰਾਂ ਜੀਵਾਂ ਨੂੰ ਵੀ ਉਸ ਅਵਸਥਾ 'ਤੇ ਲੈ ਜਾਂਦਾ ਹੈ ਜਿੱਥੇ ਜਾ ਕੇ ਆਪਾਂ ਵੈਸ਼ਨੂੰ ਵੀ ਬਣ ਸਕਦੇ ਹਾਂ ਅਤੇ ਪਰਮਗਤ ਨੂੰ ਵੀ ਪ੍ਰਾਪਤ ਕਰ ਸਕਦੇ ਹਾਂ। ਆਪਾਂ ਅਪਰਸ ਵੀ ਬਣ ਸਕਦੇ ਹਾਂ ਜੇ ਉਸ ਪ੍ਰਭੂ ਦੀ ਦਇਆ ਹੋ ਜਾਵੇ, ਜੇ ਆਪਾਂ ਉਸ ਦੇ ਬਚਨਾਂ ਨੂੰ ਕਮਾਈਏ। ਆਓ ਹੁਣ ਆਪਾਂ ਧਿਆਨ ਲਗਾਉਂਦੇ ਹਾਂ ਤਾਂ ਕਿ ਜਿਹੜਾ ਅਸਲੀ ਜ਼ਰੂਰੀ ਹੈ, ਜੋ ਆਪਾਂ ਵਿਚਾਰਦੇ, ਇਸ ਨੂੰ ਨਾਲ ਨਾਲ ਕਮਾਉਣਾ ਵੀ ਹੈ। ਕਿਵੇਂ ਧਿਆਉਣਾ ਹੈ ਤਾਂ ਕਿ ਨੇਤਰਾਂ ਨੂੰ ਪ੍ਰਭੂ ਦੇ ਪ੍ਰੀਤ ਦੇ ਦਰਸ਼ਨਾਂ ਦੀ ਪ੍ਰੀਤ ਹੋਵੇ, ਮਨ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪ੍ਰੀਤ ਰਹੇ, ਦਰਸ਼ਨਾਂ ਦੀ ਲੋਚਾ ਲੱਗੀ ਰਹੇ। ਉਹ ਆਪਾਂ ਅਭਿਆਸ ਕਰਨਾ ਹੈ ਤਾਂ ਕਿ ਮਾਲਕ ਪ੍ਰਗਟ ਹੋ ਜਾਵੇ। ਆਪਾਂ ਕਿਸੇ ਨੂੰ ਵੀ ਦੇਖੀਏ ਉਸ ਦੇ ਵਿੱਚ ਦੀ ਦੇਖੀਏ, ਨਿਰੰਕਾਰ ਦੇ ਵਿੱਚ ਦੀ ਦੇਖੀਏ, ਸਾਰਿਆਂ 'ਚ ਹੀ ਭਗਵਾਨ ਨੂੰ ਦੇਖੀਏ। ਉਹ ਅਭਿਆਸ ਹੈ ਜਿਹੜਾ, ਕਿਉਂਕਿ ਧਿਆਨ ਮਾਰਗ ਹੈ, ਧਿਆਉਣਾ ਹੈ, ਜੋ ਕਿ ਆਪਾਂ ਰੋਜ਼ ਹੀ, ਕੋਈ ਨਵਾਂ ਨਹੀਂ ਹੈ, ਆਪਾਂ ਰੋਜ਼ ਕਰਦੇ ਆ ਰਹੇ ਹਾਂ। ਆਪਾਂ ਗੁਰਬਾਣੀ ਅਨੁਸਾਰ ਨਾਲ ਨਾਲ ਵਿਚਾਰ ਰਹੇ ਕਿ ਸਾਡੇ ਅੰਦਰ ਕੋਈ ਸ਼ੰਕਾ ਨਾ ਰਹੇ, ਸਾਡੇ ਅੰਦਰ ਕੋਈ ਭਰਮ ਨਾ ਰਹੇ, ਕਿਉਂਕਿ ਜੇ ਭਰਮ ਹੈ ਮੁਕਤ ਨਹੀਂ ਹੋ ਸਕਦੇ। ਮਨ ਦੇ ਭਰਮ ਤੋੜਨੇ, ਕਿਉਂਕਿ ਭਰਮ 'ਚ ਹੀ ਤਾਂ ਮਨ ਸੁੱਤਾ ਹੈ, ਤੇ ਹੀ ਗੁਣੀ ਸੰਸਾਰ ਭਰਮ ਸੁੱਤਾ, ਕਿਉਂਕਿ ਤ੍ਰੈ ਗੁਣਾਂ ਦੇ ਵਿੱਚ, ਅੱਖਰਾਂ ਦੇ ਵਿੱਚ ਪਰਮੇਸ਼ਰ ਨੂੰ ਸਮਝਦਾ ਹੈ, ਬੋਲ ਕੇ ਗਾਉਂਦਾ ਹੈ, ਰਾਗਾਂ ਦੇ ਵਿੱਚ ਬਹੁਤ ਸਾਰੇ ਤਰ੍ਹਾਂ ਕਰਦੇ ਨੇ ਲੋਕ, ਪਰ ਨਹੀਂ, ਪਰਮੇਸ਼ਰ ਸਿਰਫ ਧਿਆਨ ਦੇ ਵਿੱਚ ਹੈ। ਨਿਰਮਲ ਜਿਹੜੀ ਹੈ ਉਸ ਦੀ ਭਗਤੀ ਹੈ, ਉਹ ਨਿਰਾਲੀ ਹੈ, ਸੰਸਾਰ ਤੋਂ ਵੱਖਰੀ ਹੈ, ਧਿਆਇਆ ਜਾ ਸਕਦਾ ਉਸ ਨੂੰ। ਇਸ ਕਰਕੇ ਬਾਣੀ 'ਚ ਵਾਰ-ਵਾਰ ਧਿਆਉਣ ਦੀ ਗੱਲ ਆਉਂਦੀ ਹੈ ਕਿ ਪਵਿੱਤਰ ਵੀ ਉਹੀ ਹੁੰਦਾ ਹੈ ਜਿਹੜਾ ਹਰੀ ਨੂੰ ਧਿਆਉਂਦਾ ਹੈ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਤੇ ਜਿਹੜੇ ਨਾਮ ਧਿਆਉਂਦੇ ਨੇ ਉਹੀ ਮੁਸ਼ੱਕਤ ਘਾਲਦੇ ਨੇ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ। ਇਸ ਕਰਕੇ ਵਾਰ-ਵਾਰ ਨਾਮ ਦੀ ਗੱਲ, ਧਿਆਉਣ ਦੀ ਗੱਲ ਆਉਂਦੀ ਹੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੇ। ਸੋ ਆਪਾਂ ਧਿਆਉਣ ਦਾ ਅਭਿਆਸ ਕਰਦੇ ਹਾਂ। ਕਿਵੇਂ ਕਰਨਾ ਹੈ? ਸਭ ਤੋਂ ਪਹਿਲਾਂ ਆਪਾਂ ਦੋ ਨੇਤਰਾਂ ਨੂੰ ਇੱਕ ਦ੍ਰਿਸ਼ਟ ਹੋਣਾ ਹੈ। ਸੱਜੇ ਨੇਤਰ ਨੇ ਖੱਬੇ ਸਮਾਉਣਾ ਹੈ। ਖੱਬਾ ਨੇਤਰ ਚੰਦਰਮਾ ਹੈ, ਸੱਜਾ ਨੇਤਰ ਸੂਰਜ ਹੈ। ਜਿਉਂ ਹੀ ਸੂਰਜ ਚੰਦਰਮਾ ਵਾਲੇ ਪਾਸੇ ਆਏਗਾ ਤੇ ਸਾਡੇ ਚੰਦਰਮਾ ਦੀ ਰੋਸ਼ਨੀ ਹੋਣੀ ਸ਼ੁਰੂ ਹੋ ਜਾਏਗੀ ਤੇ ਪ੍ਰਕਾਸ਼ ਹੋ ਜਾਏਗਾ ਜੀਵਨ ਰੂਪੀ ਰਾਤ ਦੇ ਵਿੱਚ, ਕਿਉਂਕਿ ਇਸ ਸੰਸਾਰ ਨੂੰ ਗੁਰਬਾਣੀ ਦੇ ਵਿੱਚ ਰਾਤ ਕਿਹਾ ਹੈ। ਉਹ ਰਾਤ ਅੰਧੇਰੀ, ਕੂੜ ਦੀ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਕੂੜ ਦੀ ਰਾਤ ਹੈ, ਅਮਾਵਸ ਦੀ ਸੰਸਾਰ, ਤੇ ਸੱਚ ਦਾ ਚੰਦਰਮਾ ਨਹੀਂ ਚੜ੍ਹਦਾ। ਜਿਵੇਂ ਅੱਜ ਈਦ ਦਾ ਤਿਉਹਾਰ ਹੈ, ਇਸਲਾਮ ਦੇ ਵਿੱਚ ਈਦ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਹੈ। ਈਦ ਵੀ ਇਸ ਮੌਸ ਤੋਂ ਬਾਅਦ, ਜਦੋਂ ਇਸਲਾਮ ਦੇ ਵਿੱਚ ਹੈ ਕਿ ਜਿਹੜੇ ਅੱਲਾਹ ਤਾਲਾ ਦੇ ਰਸੂਲ ਨੇ, ਨਬੀ ਨੇ, ਉਹਨਾਂ ਤੇ ਜਦੋਂ ਜੀਵ ਈਮਾਨ ਲੈ ਕੇ ਆਉਂਦਾ ਹੈ, ਉਹਨਾਂ ਦੇ ਬਚਨਾਂ ਤੇ ਜਦੋਂ ਜੀਵ ਈਮਾਨ ਲੈ ਕੇ ਆਉਂਦਾ ਹੈ ਤੇ ਉਸ ਨੂੰ
ਉਹ ਫਿਰ ਜਿਹੜਾ ਇਹ ਸੂਰਜ ਹੈ ਸਾਡਾ ਇੱਧਰਲਾ ਦ੍ਰਿਸ਼ਟ ਨੇਤਰ ਹੈ, ਇਹ ਚੰਦਰਮਾ ਸਮਾਉਣਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਹੁਣ ਥੋੜ੍ਹਾ ਚੰਦਰਮਾ ਚੜ੍ਹੇਗਾ, ਅੱਜ ਈਦ ਹੈ ਬਿਲਕੁਲ, ਕਿਉਂਕਿ ਥੋੜ੍ਹਾ ਸੂਰਜ ਚੰਦਰਮਾ ਵਾਲੇ ਪਾਸੇ ਆਏਗਾ, ਪਰ ਆਉਣਾ ਸ਼ੁਰੂ ਹੋ ਜਾਏਗਾ। ਅਤੇ 15 ਦਿਨ ਦੇ ਵਿੱਚ ਪੂਰਨਮਾਸ਼ੀ ਆ ਜਾਏਗੀ। 15 ਤਿਥੀਆਂ ਨੇ ਕਿ ਪੂਰਾ ਸੂਰਜ ਚੰਦਰਮਾ ਵਾਲੇ ਪਾਸੇ ਆ ਜਾਏਗਾ, ਪ੍ਰਕਾਸ਼ ਹੋ ਜਾਏਗਾ। ਇੱਦਾਂ ਫਿਰ ਈਦ ਸ਼ੁਰੂ, ਕਿਉਂਕਿ ਗਿਆਨ ਉਹੀ ਹੈ ਸਾਰਾ। ਉਵੇਂ ਹੀ ਧਿਆਨ ਮਾਰਗ ਹੈ ਉੱਚੇ ਥਾਂ 'ਤੇ ਜਾ ਕੇ, ਜਿਵੇਂ ਇਸਲਾਮ ਦੇ ਵਿੱਚ ਨਵਾਜ਼ ਪੜ੍ਹੀ ਜਾਂਦੀ ਹੈ, 5 ਵਕਤ ਨਵਾਜ਼ ਕਰਦੇ ਨੇ, ਅਤੇ ਫਿਰ ਉੱਚੇ ਥਾਂ ਉੱਚੀ ਉੱਚੀ ਆਵਾਜ਼ਾਂ ਦਿੰਦੇ ਨੇ। ਇੱਥੇ ਸਰੀਰ ਕਰਕੇ ਉੱਚੇ ਥਾਂ ਚਲੇ ਜਾਂਦੇ ਨੇ, ਅਤੇ ਅਸਲ ਦੇ ਵਿੱਚ ਮਨ ਨੇ ਉੱਚੇ ਥਾਂ 'ਤੇ ਜਾ ਕੇ ਦੂਜੇ ਜੀਵ ਨੂੰ ਆਵਾਜ਼ ਦੇਣੀ ਹੈ, ਤਾਂ ਕਿ ਉੱਚੇ ਥਾਂ 'ਤੇ ਮਾਲਕ ਦਾ ਵਾਸਾ ਹੈ। ਇਹ ਸਾਰੇ ਧਰਮ ਨੇ, ਕਿਉਂਕਿ ਧਿਆਨ ਮਾਰਗ ਇੱਕ ਹੀ ਹੈ ਸਾਰਿਆਂ ਦੇ ਵਿੱਚ, ਲੇਕਿਨ ਨਾ ਗਿਆਨ ਹੋਣ ਕਰਕੇ ਵੱਖਰੇ ਵੱਖਰੇ ਧਰਮ ਬਣਾ ਲਏ ਨੇ। ਸੋ ਆਓ ਆਪਾਂ ਵੀ ਉਸमें ਚੱਲਦੇ ਹਾਂ। ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਕੇ ਇਹ ਦੇਖਣਾ ਹੁੰਦਾ ਹੈ ਕਿ ਸਾਡਾ ਧਿਆਨ ਕਿਸ ਪਾਸੇ ਹੈ, ਕਿ ਅਸੀਂ ਦੋ ਦ੍ਰਿਸ਼ਟ ਹਾਂ ਕਿ ਇੱਕ ਦ੍ਰਿਸ਼ਟ ਹਾਂ। ਜੇ ਦੋ ਦ੍ਰਿਸ਼ਟ ਹਾਂ ਤੇ ਫਿਰ ਸਾਡਾ ਧਿਆਨ ਕਿਸ ਪਾਸੇ ਹੈ, ਸੱਜੇ ਹੈ, ਖੱਬੇ ਹੈ, ਵਿਚਾਲੇ ਹੈ। ਕਿਵੇਂ ਪਤਾ ਚੱਲੇਗਾ? ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਆਪਾਂ ਦੇਖਣਾ ਹੈ। ਇੱਥੇ ਕੀ ਦੇਖਣਾ ਹੈ ਕਿ ਆਪਣਾ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਇੱਥੇ ਦ੍ਰਿਸ਼ਟੀ, ਦੋਨਾਂ ਨੇਤਰਾਂ ਦੀ ਦ੍ਰਿਸ਼ਟੀ ਇਸ ਪੁਆਇੰਟ 'ਤੇ ਫੋਕਸ ਕਰਕੇ ਜਦੋਂ ਆਪਾਂ ਦੇਖਾਂਗੇ, ਜੇ ਨੱਕ ਨਹੀਂ ਦਿਸਦਾ, ਅਸੀਂ ਇੱਕ ਦ੍ਰਿਸ਼ਟ ਹਾਂ, ਪਰ ਜੀਵਾਂ ਨੂੰ ਗਿਆਨ ਨਹੀਂ। ਜੇ ਦਿਸਦਾ ਹੈ, ਫਿਰ ਮਨ ਦੋ ਦ੍ਰਿਸ਼ਟੀ ਦੇ ਵਿੱਚ ਇੱਕ ਦ੍ਰਿਸ਼ਟ ਨਹੀਂ ਹੈ। ਫਿਰ ਆਪਾਂ ਇਹ ਦੇਖਣਾ ਹੈ ਕਿ ਸੱਜੇ ਪਾਸਿਓਂ ਨੱਕ ਦਿਸਦਾ, ਫਿਰ ਸਾਡਾ ਧਿਆਨ ਸਾਰਾ ਸੂਰਜ ਵਾਲੇ ਪਾਸੇ ਹੈ। ਜਾਂ ਖੱਬੇ ਪਾਸੇ ਦਿਸਦਾ, ਫਿਰ ਸਾਰਾ ਚੰਦਰਮਾ ਵਾਲੇ ਪਾਸੇ ਹੈ। ਜਾਂ ਵਿਚਾਲੇ ਦਿਸਦਾ, ਫਿਰ ਆਪਣਾ ਧਿਆਨ ਸਤੋ ਗੁਣ 'ਤੇ ਹੈ। ਜੇ ਨੱਕ ਨਜ਼ਰ ਨਹੀਂ ਆਉਂਦਾ, ਫਿਰ ਅਸੀਂ ਇੱਕ ਦ੍ਰਿਸ਼ਟ ਹਾਂ। ਜਦੋਂ ਆਪਾਂ ਫਿਰ ਇਹ ਅਭਿਆਸ ਕਰਾਂਗੇ, ਉਹਦੇ ਨਾਲ ਕੀ ਹੋਏਗਾ ਕਿ ਚੰਦਰਮਾ ਚਮਕਣਾ ਸ਼ੁਰੂ ਹੋ ਜਾਏਗਾ, ਅਤੇ ਸਾਡੇ ਜੀਵਨ ਰੂਪੀ ਰਾਤ ਦੇ ਵਿੱਚ ਚਾਨਣ ਹੋ ਜਾਏਗਾ, ਪ੍ਰਕਾਸ਼ ਹੋ ਜਾਏਗਾ, ਅਤੇ ਅੰਧੇਰਾ ਦੂਰ ਹੋ ਜਾਏਗਾ। ਸੋ ਆਓ ਆਪਾਂ ਸਾਰੇ ਦੇਖੀਏ, ਪਹਿਲਾਂ ਆਪਣੇ ਆਪ ਨੂੰ ਇੱਥੇ ਪਰਖੀਏ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਣਾ ਹੈ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੇਣੀਆਂ ਨੇ। ਫਿਰ ਜਦੋਂ ਕਹਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਹਾਂਗਾ ਸਮ ਕਰਕੇ ਦੇਖੋ, ਫਿਰ ਦ੍ਰਿਸ਼ਟੀ ਇੱਥੇ ਫੋਕਸ ਕਰਕੇ ਆਪਾਂ ਦੇਖਣਾ ਹੈ। ਸੋ ਆਓ ਨੇਤਰ ਸਮ ਕਰੀਏ, ਪਹਿਲਾਂ ਆਪਣੇ ਆਪ ਨੂੰ ਪਰਖੀਏ। सामने लेके आइए ध्यान।
मस्तक दे सामने लै जो ध्यान, पलका उत्ते चुक दो। फिर सामने लेके आइए। फिर सम करके देखिए, दृष्टि फोकस करके अपने आप में देखिए। जो कोई नवा जीव जे उस नक दिसता सी पहला, उसने देखना है कि हुण नहीं दिसता, सम हो गया, एक दृष्ट हो गए, नक दिसनों हट गया, ਜਾਂ हल्का हल्का एक परछावें की तरह खब्बे पासे नजर आ सकता, बिल्कुल जिवें एक परछाई जी होंदी। नीचे लै जो ध्यान, नीचे जो भी थले विछया उस तो थोड़ा ऊपर देखने की कोशिश करनी है। जिथे आप बैठे, जे थले फर्श है या बैड ते बैठे हाँ, चादर विछी है, उस तो थोड़ा ऊपर देखने की कोशिश करांगे तो उत्थे ही सानू प्रकाश अनुभव होना शुरू हो जाएगा। जिवें सरोवर दे विच जल दीयां तरंगां हुंदियां ने, लहरां हुंदियां ने, इत्थे प्रकाश दीयां लहरां, प्रकाश की एक हलचल सानू अनुभव होनी शुरू हो जाती है। सम करके देखिए फिर अपने आप नू। फिर नीचे लै जो ध्यान,
सम करके देखिए अपने आप में। फिर नीचे ले जो ध्यान। फिर सम करके देखिए अपने आप में। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां एक दृष्ट होके अभ्यास करांगे। हिरदे च इस गुर दे ज्ञान नूं मन विच वसा लवांगे, धारण कर लवांगे। असीं हर थां परमेश्वर नूं देख सकते हाँ, सारिਆਂ दे विच, क्योंकि सारिਆਂ चो वसदा है। सारे उस तो पैदा होए ने, सारिਆਂ नूं पालनहार होई है, सारिਆਂ नूं दातां देण वाला एक ही है। असीं उस नूं देख सकते हाँ, पर ताईं जे असीं हिरदे दे विच इस गुर दे ज्ञान नूं वसा लवांगे, क्योंकि गुर नूं भी गुरबाणी दे विच नाम क्या है, अंतरगत वसा लवांगे ते असीं देख सकते सारे किते ही। जदों जान ही लिया फिर आपां परस अवस्था ते भी जा सकते हाँ। खुश होंदा है, वैष्णु भी सानू बना देंदा है, जिहो जिहा गुरबाणी दे विच समझाया है। ते इस तो अगे भी आपां कल नूं विचार करांगे। भगवती है, इदां ही पंडित है, बहुत सारा अवस्थावां दा गुरबाणी दे विच सानू समझाया गया है कि किवें किस अवस्था च क्यों जी किवें विचरदा है जी। सो हुण इन्नी क विचार करते हैं, बहुत सारियां भुल्लां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।